ਧੰਨ ਵਾਹਿਗੁਰੂ ਸਾਹਿਬ ਜੀ। ਸੰਤਾਂ ਕੇ ਕਾਰਜ ਆਪ ਖੁਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਧੰਨ ਧੰਨ ਸ਼ਬਦ ਗੁਰੂ ਰਾਜਨ ਰਾਜ। ਪਾਨਨ ਪਾਨ ਸਾਰੀ ਹੀ ਮਨੁੱਖਤਾ ਦੀ ਇੱਕੋ ਇੱਕ ਆਸ, ਸਰਕਾਰੇ ਕੁਲ ਆਲਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ, ਆਪ ਸਰਬੱਤ ਸੰਗਤਾਂ ਜੰਮੂ ਕਸ਼ਮੀਰ ਦੀ ਧਰਤੀ ਤੇ ਇੱਕ ਬਾਣੀ ਚੈਨਲ ਦੇ ਉਪਰਾਲੇ ਸਦਕਾ ਹਰ ਰੋਜ਼ ਸਿੱਖ ਧਰਮ ਦੇ ਫਲਸਫੇ, ਗੁਰੂਆਂ ਦਾ ਇਤਿਹਾਸ, ਹਰ ਰੋਜ਼ ਸ਼ਬਦ ਵਿਚਾਰ ਨੂੰ ਤੁਸੀਂ ਸਾਰੇ ਸਰਵਣ ਕਰਦੇ ਹੋ। ਆਓ ਅੱਜ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਰੇ ਹੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਮਨ ਨੂੰ ਸਰੀਰਕ ਰੂਪੀ ਘਰ ਦੇ ਅੰਦਰ ਆਵਾਜ਼ ਮਾਰ ਕੇ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਜੇਕਰ ਅਸੀਂ ਸਮਾਜ ਦੀ ਦਸ਼ਾ ਨੂੰ ਦੇਖੀਏ ਤੇ ਸਮਾਜ ਦੀ ਦਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਵੀ ਬਹੁਤ ਨਿਗਰੀ ਹੋਈ ਸੀ, ਤੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਸਮਾਜ ਦੀ ਦਸ਼ਾ ਜਿਹੜੀ ਸੀ ਉਸ ਵਕਤ ਵੀ ਬਹੁਤ ਨਿਗਰ ਚੁੱਕੀ ਸੀ। ਸਮਾਜ ਦੀ ਇਸ ਦੁਰਦਸ਼ਾ ਨੂੰ ਦੇਖਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਭਾਈ ਗੁਰਦਾਸ ਜੀ ਕਿਰਪਾ ਪਏ ਕਰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਅਕਾਲ ਪੁਰਖ ਦੀ ਕਿਰਪਾ ਹੋਈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਧਰਤੀ ਦੇ ਉੱਤੇ ਪ੍ਰਕਾਸ਼ ਹੋਇਆ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਦਿ ਗ੍ਰੰਥ ਦੀ ਜਿਹੜੀ ਸ਼ੁਰੂਆਤ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂ ਹੋਈ ਹੈ। ਜਿਸ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਸਮ ਦੀ ਬਾਣੀ ਆਖੀ ਹੈ, ਜਿਸ ਬਾਣੀ ਦੇ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ। ਇਹ ਬਾਣੀ ਮੈਂ ਆਪਣੀ ਮੁਖ ਤੋਂ ਨਹੀਂ ਉਚਾਰ ਰਿਹਾ, ਇਹ ਬਾਣੀ ਧੁਰ ਦਰਗਾਹ ਤੋਂ ਆ ਰਹੀ ਹੈ, ਤੇ ਜਿੱਦਾਂ ਦੀ ਬਾਣੀ ਆ ਰਹੀ ਹੈ ਤੂੰ ਉਦਾਂ ਦੀ ਉਚਾਰੀ। ਇਹ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਨੇ ਇੱਕ ਪੱਖ ਹੋਰ ਰੱਖਿਆ। 50 ਸਾਲ ਜਿੱਥੇ ਦੇਸ਼ ਦਾ ਰਟਨ ਕੀਤਾ, ਤੇ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਘਰ ਛੱਡਿਆ, ਸੰਨਿਆਸੀ ਹੋ ਗਏ, ਘਰ ਛੱਡਣ ਦਾ ਇੱਕ ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸਮਾਜ ਵੱਲ ਝਾਤ ਮਾਰਦੇ ਸੀ ਨਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਿਰਦੇ ਅੰਦਰ ਇੱਕੋ ਗੱਲ ਸੀ, ਜੇ ਅੱਜ ਪੰਥ ਤਿਆਰ ਹੈ ਤੇ ਪੰਥ ਨੂੰ ਗ੍ਰੰਥ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜੇਕਰ ਗੁਰੂ ਨੇ ਪੰਥ ਤਿਆਰ ਕੀਤਾ ਤੇ ਪੰਥ ਦੇ ਨਾਲ ਗੁਰੂ ਨੇ ਗ੍ਰੰਥ ਤਿਆਰ ਕੀਤਾ, ਤੇ ਸੱਚ ਜਾਣਿਓ ਕਿਸੇ ਵੀ ਧਰਮ ਨੂੰ ਪ੍ਰਫੁੱਲਿਤ ਕਰਨਾ ਹੋਵੇ ਤੇ ਉਹ ਧਰਮ ਕਦੇ ਵੀ ਧਰਮ ਗ੍ਰੰਥ ਤੋਂ ਬਿਨਾਂ ਪ੍ਰਫੁੱਲਿਤ ਨਹੀਂ ਜੀ ਹੋ ਸਕਦਾ। ਜੇਕਰ ਪੰਥ ਹੈ ਤੇ ਗ੍ਰੰਥ ਹੈ, ਪੰਥ ਨੂੰ ਚਲਾਉਣ ਵਾਲਾ ਗ੍ਰੰਥ ਹੈ ਤੇ ਗ੍ਰੰਥ ਨੂੰ ਚਲਾਉਣ ਵਾਲਾ ਪੰਥ ਹੈ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋਣਾ ਕੀ ਗੁਰ ਕਰੀ ਵਿਛਾਈ। 50 ਸਾਲ ਦੇਸ਼ ਦਾ ਰਟਨ ਕਰਕੇ ਥਾਂ ਪਰ ਥਾਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਗਏ, ਜਿੱਥੋਂ ਜਿੱਥੋਂ ਉਹਨਾਂ ਨੂੰ ਮਾਲਕ ਦੀ ਬਾਣੀ ਮਿਲੀ ਧੁਰ ਦਰਗਾਹ ਤੋਂ, ਉਹਨਾਂ ਦੀ ਕਸਵੱਟੀ ਤੇ ਜਿਹੜੀ ਬਾਣੀ ਗੁਰਮਤ ਦੀ ਕਸਵੱਟੀ ਤੇ ਖਰੀ ਉਤਰਦੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਇੱਕ ਹੋਰ ਵਾਰ ਦੇ ਵਿੱਚ ਕਿਰਪਾ ਕਰਦੇ ਨੇ। ਫਿਰ ਬਾਬਾ ਮੱਕੇ ਗਿਆ,
नील बस्त्र धारे बनवारी, आसा हथ किताब कच। गुरु प्यारी साध संगत जी, आसे तो भाव है सोटा। गुरु नानक पातशाह दी हथ च सुट है, आसा हथ किताब कच। गुरु नानक पातशाह जी दे एक उन्हां दे कोल तुसी किताब कह लीए जां उन्नू पोथी कह लीए, जां पहलियां समयां च जिद्दां समय दे हिसाब दे नाल लोक अपने कोल एक नोटबुक रखिया करदे सन, पर गुरु नानक पातशाह जी ने अपने कोल हमेशा अपनी काश च अपने हाथ च एक पोथी रखिया करदे सन। जिथे जिथे विचरदे सन, ਜਿਹੜੀ ਬਾਣੀ ਗੁਰਮਤ ਦੀ ਕਸਵੱਟੀ ਤੇ ਖਰੀ ਉਤਰਦੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਉਸ ਬਾਣੀ ਨੂੰ ਉਸ ਪੋਥੀ ਦੇ ਵਿੱਚ ਇਕੱਤਰ ਕਰ ਲਿਆ ਕਰਦੇ ਸਨ, ਦਰਜ ਕਰ ਲਿਆ ਕਰਦੇ ਸਨ। ਔਰ ਸੱਚ ਜਾਣਿਓ, ਪੋਥੀ ਪਰਮੇਸ਼ਰ ਦਾ ਥਾਨ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਪੋਥੀ ਦੇ ਵਿੱਚ ਦੇਸ਼ ਦਾ ਰਟਨ ਕਰਕੇ ਵੱਖ-ਵੱਖ ਥਾਵਾਂ ਤੋਂ ਬਾਣੀ ਇਕੱਤਰ ਕੀਤੀ, ਆਪ ਆਪਣੇ ਮੁਖਾਰ ਬਿੰਦ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ 19 ਰਾਗਾਂ ਦੇ ਵਿੱਚ 974 ਸ਼ਬਦ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਉਸ ਪੋਥੀ ਦੇ ਵਿੱਚ ਦਰਜ ਕੀਤੇ, ਤੇ ਆਪਣੇ ਸਮੇਂ ਨੂੰ ਪੂਰਾ ਕਰਦਿਆਂ ਹੋਇਆਂ ਜਿਸ ਵਕਤ ਇਹ ਬਾਣੀ ਦਾ ਸੋਮਾ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬਖਸ਼ਦੇ ਨੇ। ਔਰ ਯਾਦ ਰੱਖਿਓ, ਭਾਈ ਗੁਰਦਾਸ ਜੀ ਇੱਕ ਕਿਰਪਾ ਹੋਰ ਕਰਦੇ ਨੇ, ਜੋਤ ਉਹਾ ਜੁਗਤ ਸਾਈਂ ਸਹਿ ਕਾਇਆ। ਕਾਇਆ ਹੁੰਦਾ ਸ਼ਰੀਰ, ਸਿਰਫ ਇੱਕ ਸ਼ਰੀਰ ਦੇ ਵਿੱਚ ਤਬਦੀਲੀ ਆ ਰਹੀ ਹੈ। ਸੱਚ ਜਾਣਿਓ, ਉਹ ਜੋਤ ਗੁਰੂ ਨਾਨਕ ਦੇ ਘਰ ਦੀ ਹੈ। ਜੋਤ ਉਹਾ ਜੁਗਤ ਸਾਈਂ ਸਹਿ ਕਾਇਆ ਫਿਰ ਪਲਟੀ ਹੈ। ਸਿਰਫ ਇੱਕ ਕਾਇਆ ਦਾ ਬਦਲਾਵ ਹੋ ਰਿਹਾ ਤੇ ਜੋਤ ਗੁਰੂ ਨਾਨਕ ਦੇ ਘਰ ਚ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪੋਥੀ ਦੇ ਵਿੱਚ 19 ਰਾਗਾਂ ਦੇ ਵਿੱਚ 974 ਸ਼ਬਦ ਉਚਾਰਨ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਦਰਜ ਕਰਕੇ ਬਾਣੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਦਿੱਤੀ। ਗੁਰੂ ਅੰਗਦ ਪਾਤਸ਼ਾਹ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਸ ਬਾਣੀ ਦੀ ਸਾਂਭ ਕੀਤੀ, ਇਹਨੂੰ ਸਾਂਭਿਆ ਔਰ ਇਹਨੂੰ ਹੋਰ ਸ਼ਿੰਗਾਰਿਆ, ਹੋਰ ਜ਼ਿਆਦਾ ਸੁੰਦਰਤਾ ਦਿੱਤੀ। ਗੁਰਮੁਖੀ ਲਿਪੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ। ਹੋਰ ਬਾਲ-ਬੁੱਧ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਸੁਚੱਜੇ ਢੰਗ ਦੇ ਨਾਲ ਸਾਂਭਦਿਆਂ ਹੋਇਆਂ ਆਪਣੇ ਮੁਖਾਰ ਬਿੰਦ ਤੋਂ ਟੋਟਲ 62 ਸ਼ਬਦ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਯਾਦ ਰੱਖਿਓ, ਨਾਲ ਨਾਲ ਅਸੀਂ ਸਾਂਝਾ ਕਰਦੇ ਜਾ ਰਹੇ ਹਾਂ ਕਿਸ ਗੁਰੂ ਨੇ ਕਿੰਨੀ ਬਾਣੀ ਉਚਾਰੀ, ਕਿਸ ਗੁਰੂ ਨੇ ਕਿੰਨੀ ਬਾਣੀ ਉਚਾਰੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ, ਔਰ ਯਾਦ ਰੱਖਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬਾਣੀ ਨੂੰ ਖਸਮ ਦੀ ਬਾਣੀ ਆਖਿਆ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਣੀ ਦਾ ਦਿਲੋਂ ਸਤਿਕਾਰ ਕੀਤਾ। ਉਸ ਪੋਥੀ ਦੇ ਵਿੱਚ ਹੁਣ ਯਾਦ ਰੱਖਿਓ, ਇੱਥੇ ਪੋਥੀ ਅਜੇ ਪਰਮੇਸ਼ਰ ਦਾ ਥਾਨ ਇੱਕ ਪੋਥੀ ਦੇ ਰੂਪ ਦੇ ਵਿੱਚ ਬਾਣੀ ਨੂੰ ਲਿਖਿਆ ਜਾ ਰਿਹਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ 62 ਸ਼ਲੋਕ ਆਪਣੇ ਦਰਜ ਕਰਕੇ ਆਪਣੇ ਸਮੇਂ ਨੂੰ, ਆਪਣੀ ਗੁਰਗੱਦੀ ਦੇ ਸਮੇਂ ਨੂੰ ਪੂਰਾ ਕਰਦਿਆਂ ਹੋਇਆਂ ਜਿਸ ਵਕਤ ਇਹ ਬਾਣੀ ਦਾ ਸੋਮਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੌਂਪਦੇ ਨੇ। ਔਰ ਯਾਦ ਰੱਖਿਓ, ਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੱਚੇ ਗੁਰਗੱਦੀ ਦੇ ਲਾਇਕ ਹੋ ਸਕੇ, ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬੱਚੇ ਗੁਰਗੱਦੀ ਦੇ ਲਾਇਕ ਹੋ ਸਕੇ। ਜਿਹੜੇ ਗੁਰਗੱਦੀ ਦੇ ਲਾਇਕ ਸਨ, ਤਖਤ ਬਹਿ ਤਖਤ ਕੇ ਲਾਇਕ, ਉਹਨਾਂ ਨੂੰ ਹੀ ਬਾਣੀ ਦਾ ਸੋਮਾ ਦਿੱਤਾ ਜਾਂਦਾ ਸੀ, ਕਿਉਂਕਿ ਬਾਣੀ ਜਿਹੜਾ ਇਨਸਾਨ, ਮਾਫ ਕਰਨਾ, ਬਾਣੀ ਇੱਕ ਇੰਨਾ ਮਹਿੰਗਾ ਸੋਮਾ ਸੀ, ਬਾਣੀ ਇੱਕ ਇੰਨੀ ਮਹਿੰਗੀ ਵਸਤੂ ਸੀ ਕਿ ਕੋਈ ਆਮ ਇਨਸਾਨ, ਕਿਉਂਕਿ ਉਸ ਸਮੇਂ ਗੁਰੂਆਂ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧਤਾ ਕਰਨ ਵਾਲੇ ਵੀ ਚੱਲ ਪਏ ਹੋਏ ਸਨ, ਜਿਹੜੇ ਕਹਿੰਦੇ ਸਨ ਸਾਡੀ ਕੱਚੀ ਬਾਣੀ ਵੀ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਔਰ ਜਿਸ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੌਂਪੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਕਿਰਪਾ ਕਰਕੇ ਕਹਿ ਦਿੱਤਾ, ਕਹਿਣ ਲੱਗੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਬੜੇ ਜ਼ੋਰਾਂ ਚ ਉੱਚੀ ਸੁਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਬਾਣੀ ਦਾ ਵਿਰੋਧ ਹੋਇਆ, ਔਰ ਬਹੁਤ ਜ਼ਿਆਦਾ ਵਿਰੋਧੀਆਂ ਨੇ ਆਖਿਆ ਸਾਡੀ ਬਾਣੀ ਦਰਜ ਕੀਤੀ ਜਾਵੇ। ਕਈਆਂ ਨੇ ਆਪਣੇ ਤੌਰ ਤੇ ਬਾਣੀ ਲਿਖੀ ਵੀ। ਗੁਰੂ ਅਮਰਦਾਸ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਸਤਿਗੁਰ ਬਿਨਾ, ਸੱਚੇ ਤੋਂ ਵੀ, ਸੱਚੇ ਗੁਰੂ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਬਾਕੀ ਸਭ ਬਾਣੀਆਂ ਕੱਚੀਆਂ ਨੇ, ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਜਿਹੜੇ ਇਹਦੀ ਵਿਚਾਰ ਕਰਨ ਵਾਲੇ ਨੇ ਉਹ ਵੀ ਕੱਚੇ ਹੋਣਗੇ, ਜਿਹੜੇ ਸੁਣਨਗੇ ਉਹ ਵੀ ਕੱਚੇ ਹੋਣਗੇ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਚਾਣੀ। ਇਸ ਕੱਚੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕਦੇ ਵੀ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਕਰਨਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਣੀ ਦੇ ਸੋਮੇ ਨੂੰ ਦਿਲ ਨਾਲ ਲਾ ਕੇ ਆਪਣੇ ਮੁਖਾਰ ਬਿੰਦ ਤੋਂ 17 ਰਾਗਾਂ ਦੇ ਵਿੱਚ 907 ਸ਼ਬਦ ਉਚਾਰਨ ਕਰਕੇ ਇਸ ਪੋਥੀ ਦੇ ਵਿੱਚ ਦਰਜ ਕੀਤੇ। ਆਪਣੇ ਸਮੇਂ ਨੂੰ ਪੂਰਾ ਕਰਦਿਆਂ ਹੋਇਆਂ
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਵਕਤ ਇਹ ਬਾਣੀ ਦਾ ਸੋਮਾ, ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਬੱਚੇ ਗੁਰਗੱਦੀ ਦੇ ਲਾਇਕ ਨਾ ਹੋ ਸਕੇ। ਗੁਰੂ ਰਾਮਦਾਸ ਪਾਤਸ਼ਾਹ ਬਾਸਰਕੇ ਦੀ ਧਰਤੀ ਤੇ ਜਾ ਕੇ ਅਣਥੱਕ ਸੇਵਾ ਕਰਕੇ ਜਦੋਂ ਗੁਰਗੱਦੀ ਦੇ ਲਾਇਕ ਹੋਏ, ਆਪਣੇ ਸਮੇਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਪੂਰਾ ਕਰਦੇ ਹੋਏ ਇਹ ਬਾਣੀ ਦਾ ਸੋਮਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਝੋਲੀ ਦੇ ਵਿੱਚ ਪਾਉਂਦੇ ਨੇ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਬਾਣੀ ਦੀ ਬਹੁਤ ਵਿਰੋਧਤਾ ਹੁੰਦੀ ਹੈ ਤੇ ਬਹੁਤ ਜ਼ਿਆਦਾ ਵਿਰੋਧੀ ਕਹਿੰਦੇ ਨੇ ਕਿ ਇਸ ਬਾਣੀ ਦੇ ਵਿੱਚ ਸਾਡੀ ਕੱਚੀ ਬਾਣੀ ਸ਼ਾਮਲ ਕਰ ਲਈ ਜਾਵੇ। ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਕਹਿ ਦਿੱਤਾ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੋਰ ਵੀ ਕਈ ਆਪਣੇ ਕੰਮਾਂ ਕਾਰਾਂ ਨੂੰ ਦੇਖਦਿਆਂ ਹੋਇਆਂ, ਬਾਣੀ ਨੂੰ ਆਪਣੇ ਹਿਰਦੇ ਦੇ ਨਾਲ ਲਾਉਂਦਿਆਂ ਹੋਇਆਂ, ਆਪਣੇ ਮੁਖਾਰ ਬਿੰਦ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 30 ਰਾਗਾਂ ਦੇ ਵਿੱਚ ਟੋਟਲ 679 ਸ਼ਬਦ ਦਰਜ ਕਰਕੇ ਆਪਣੇ ਸਮੇਂ ਨੂੰ ਪੂਰਾ ਕਰਦਿਆਂ ਹੋਇਆਂ ਇਹ ਬਾਣੀ ਦਾ ਜਿੰਨਾ ਵੀ ਸੋਮਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ। ਔਰ ਯਾਦ ਰੱਖਿਓ, ਇੱਥੇ ਪੰਥ ਤਾਂ ਤਿਆਰ ਸੀ ਪਰ ਗ੍ਰੰਥ ਤਿਆਰ ਨਹੀਂ ਸੀ। ਉਸ ਵਕਤ ਬਾਣੀ ਇੱਕ ਪੋਥੀਆਂ ਦੇ ਰੂਪ ਦੇ ਵਿੱਚ ਸੀ, ਬਾਣੀ ਦੇ ਵੱਖ-ਵੱਖ ਭਾਗ ਸਨ। ਔਰ ਜਿਸ ਵਕਤ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਗਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਲਾਸਾਨੀ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ ਵੀ ਕਹਿੰਦੇ ਆ, ਲਾਸਾਨੀ ਸ਼ਹਾਦਤ ਦੇ ਨਾਲ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ 30 ਰਾਗਾਂ ਦੇ ਵਿੱਚ ਟੋਟਲ 2218 ਸ਼ਬਦ ਉਚਾਰਨ ਕੀਤੇ। ਮੈਂ ਬੇਨਤੀ ਕਰਾਂ, 5 ਗੁਰੂ ਸਾਹਿਬਾਨਾਂ ਤੱਕ ਟੋਟਲ 30 ਰਾਗ ਨੇ, ਇਹਨਾਂ 30 ਰਾਗਾਂ ਦੇ ਵਿੱਚ ਸਾਰੀ ਬਾਣੀ ਉਚਾਰਨ ਕੀਤੀ ਗਈ। ਔਰ ਯਾਦ ਰੱਖਣ ਵਾਲੀ ਗੱਲ ਹੈ, 1 ਨੰਬਰ ਅੰਗ ਤੋਂ ਲੈ ਕੇ 13 ਨੰਬਰ ਅੰਗ ਤੱਕ ਨਿਤਨੇਮ ਦੀਆਂ ਬਾਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜਪਜੀ ਸਾਹਿਬ ਰਾਗ ਮੁਕਤ ਬਾਣੀਆਂ ਤੇ ਕੁਝ ਬਾਣੀਆਂ ਰਾਗਾਂ ਦੇ ਸੰਗ੍ਰਹਿ ਦੇ ਆਧਾਰ ਤੇ ਨੇ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੱਕ ਬਾਣੀ 30 ਰਾਗਾਂ ਦੇ ਵਿੱਚ ਦਰਜ ਹੈ, ਜਿਹੜੇ ਰਾਗਾਂ ਦੀ ਤਰਤੀਬ ਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਬਣਾਈ ਹੈ। ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ ਅਸੀਂ, ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ, ਜਿਸ ਗੁਰੂ ਨੂੰ ਅਸੀਂ ਸਿਜਦਾ ਕਰਦੇ ਹਾਂ, ਜਿਸ ਗੁਰੂ ਨੂੰ ਅਸੀਂ ਮੱਥਾ ਟੇਕਦੇ ਹਾਂ, ਇਸ ਗੁਰੂ 'ਚ ਹੈ ਕੀ ਹੈ, ਇਸ ਗੁਰੂ 'ਚ ਲਿਖਿਆ ਕੀ ਹੈ, ਜੇ ਇਸ ਗੁਰੂ 'ਚ ਕਿੰਨੇ ਰਾਗ ਨੇ, ਕਿੰਨੇ ਬੰਦ ਨੇ, ਕਿੰਨੀਆਂ ਪਸ਼ਟਪਦੀਆਂ ਨੇ, ਕਿੰਨੀਆਂ ਪੌੜੀਆਂ ਨੇ, ਕਿੰਨੇ ਗੁਰੂਆਂ ਦੀ ਬਾਣੀ, ਕਿੰਨੇ ਪਿਆਰੇ, ਕਿੰਨੇ ਭਗਤਾਂ, ਕਿੰਨੇ ਭੱਟਾਂ ਦੀ ਬਾਣੀ। ਜਿਹੜੇ 30 ਰਾਗ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਗੁਰੂ ਗ੍ਰੰਥ ਆਦਿ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੇ ਗਏ, ਸ਼੍ਰੀ ਰਾਗ ਮਾਝ ਗੌੜੀ, ਆਸਾ ਗੁਜਰੀ, ਦੇਵਗੰਧਾਰੀ, ਬਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਢੋਡੀ, ਬਰਾੜੀ, ਤਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਰਾਇਣ, ਮਾਲੀ ਗੋੜਾ, ਮਾਰੂ, ਤੁਖਾਰੀ, ਕੈਦਾਰਾ, ਭੈਰੂ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ। ਇਹ 30 ਰਾਗ ਜਿਹੜੇ, ਔਰ ਜਿਹੜਾ ਜੈਦਵੰਤੀ ਰਾਗ ਹੈ ਨਾ, ਇਹਦੀ ਵਿਚਾਰ ਅਸੀਂ ਅੱਗੇ ਜਾ ਕੇ ਕਰਾਂਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਆਪਣੇ ਸੀਨੇ ਨਾਲ ਲਾਉਂਦਿਆਂ ਹੋਇਆਂ ਬੜੇ ਸੁਚੱਜੇ ਢੰਗ ਨਾਲ ਬਾਣੀ ਦੀ ਸਾਂਭ ਕੀਤੀ। ਪਾਤਸ਼ਾਹ ਨੇ ਆਖਿਆ, ਪੰਥ ਤਾਂ ਤਿਆਰ ਹੈ ਪਰ ਪੰਥ ਨੂੰ ਗ੍ਰੰਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਯਾਦ ਰੱਖਣ ਜੋ ਗੱਲ ਹੈ, ਜੇਕਰ ਕਿਸੇ ਧਰਮ ਨੂੰ ਪ੍ਰਫੁੱਲਿਤ ਕਰਨਾ ਹੋਵੇ, ਕੋਈ ਧਰਮ ਕਦੇ ਗ੍ਰੰਥ ਤੋਂ ਬਿਨਾਂ ਪ੍ਰਫੁੱਲਿਤ ਨਹੀਂ ਹੋਇਆ ਕਰਦੇ, ਕਿਉਂਕਿ ਗ੍ਰੰਥ ਤੋਂ ਇਸ ਗੁਰੂ ਨੇ ਸਾਡੀ ਝੋਲੀ ਦੇ ਵਿੱਚ ਸ਼ਬਦ ਪਾਇਆ, ਜਿਸ ਸ਼ਬਦ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਦਾ ਮਨ ਜਿੱਤਿਆ, ਜਿਸ ਸ਼ਬਦ ਦੇ ਰਾਹੀਂ ਮਨੁੱਖ ਨੂੰ ਸਮਝ ਪੈ ਸਕਦੀ ਹੈ। ਔਰ ਸ਼ਬਦ ਹੀ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਸਕਦਾ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨਾ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੀ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲਿਆਵਨ ਉੱਠ ਚਾਲਾ, ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝਾਲੇ ਗੁਰ ਕੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸਤਾਲਾ। ਸ਼ਬਦ ਜਿੱਤੀ, ਸ਼ਬਦ ਦੇ ਨਾਲ, ਗੱਲਾਂ ਦੇ ਨਾਲ ਨਹੀਂ। ਸਿੱਖਾ, ਤੈਨੂੰ ਗੁਰੂ ਨੇ ਸ਼ਬਦ ਦਿੱਤਾ ਹੈ, ਜੇ ਤੂੰ ਮਨ ਜਿੱਤਣਾ ਹੈ, ਜੇ ਸੰਸਾਰ ਜਿੱਤਣਾ ਹੈ, ਤੂੰ ਸ਼ਬਦ ਦੇ ਨਾਲ ਜਿੱਤੀ, ਗੱਲਾਂ ਦੇ ਨਾਲ ਨਹੀਂ ਜਿੱਤਿਆ ਜਾਵੇਗਾ।
जिस शब्द के बारे कह दिता, शब्द जिती सिद्ध मंडली कितो अपना पंथ निराला। ते सिखा जे तू भी अपने पंथ नूं निराला करना चाहता है, अपने पंथ नूं प्रफुल्लित करना चाहता है, जिस तरह गुरु नानक पातशाह जी ने सिद्धां नूं शब्द दे राही जित्तिया, तू इसे तरह तू अपने पंथ नूं निराला ते पंथ नूं प्रफुल्लित करने वास्ते शब्द नूं अपनी जिंदगी दी ओट बना। भाई गुरदास जी फिर किरपा करते ने, कहन लगे पुछत पतख तह मार्ग न तारै पंथ। गल्लां दे नाल पंथ प्रफुल्लित नहीं हुंदा है। जे अज पंथ तैयार है ना, ते पंथ नूं गुरु ने ग्रंथ बख्शिश किया, और ग्रंथ नूं तैयार करना है, ग्रंथ नूं इकत्तर करना, सामदियां होइयां ਜਿਹੜੀਆਂ ਪੋਥੀਆਂ ਵੱਖ-ਵੱਖ ਭਾਗਾਂ ਦੇ ਵਿੱਚ ਸਨ, ਉਹਨਾਂ ਨੂੰ ਆਦਿ ਗ੍ਰੰਥ ਦਾ ਰੂਪ ਬਖਸ਼ਿਸ਼ ਕੀਤਾ। ਪਰ ਯਾਦ ਰੱਖਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿਚਰੇ ਰਸਤੇ ਰਹੇ ਜਾਂਦੇ ਆ ਨਾ, ਤੇ ਜਿਸ ਵਕਤ ਆਦਿ ਗ੍ਰੰਥ ਮਹਾਰਾਜ ਜੀ ਨੂੰ ਲਿਖਣ ਦੀ ਸ਼ੁਰੂਆਤ ਕਰਦੇ ਨੇ 1599 ਦੇ ਵਿੱਚ ਇਹਨਾਂ ਨੇ ਇਹ ਕਾਰਜ ਆਰੰਭਿਆ। ਇਹ ਕਾਰਜ ਆਦਿ ਗ੍ਰੰਥ ਸਾਹਿਬ ਲਿਖਣ ਦਾ ਜਿਹੜਾ ਸੁਭਾਗ ਸਮਾਂ ਉਹ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੂੰ ਮਿਲੇ ਹੈ। ਭਾਈ ਗੁਰਦਾਸ ਜੀ ਲਿਖਾਰੀ ਸਨ, ਤੇ ਇਹ ਤਾਂ ਆਦਿ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਖਵਾਈ जिस वक्त लिखण की शुरुआत हुई, ते ये रामसर साहब के सरोवे जिहड़ी जगह उन्हां समयां दे विच बहुत रमणीक होया करदी सी, बहुत शांतमय जगह सी। गुरु पातशाह ने 1599 दे विच ये कारज आरंभिया। और याद रखियो, बहुत ज्यादा विरोधी आए, बहुत ज्यादा दुश्मन आए, बहुत ज्यादा विरोधता करने वाले आए कि साडी बाणी इस ग्रंथ च दर्ज कर ली जावे। कई कच्ची बाणी चुक के लैके आए, पर गुरु अर्जन देव महाराज जी कहने लगे ये धुर दरगाह दी आई हुई बाणी है, एक खसम दी बाणी है, इत्थे कच्ची बाणी किसी दी शामिल नहीं होगी। और याद रखियो, 1599 दे विच ये कारज आरंभिया, ते 1604 दे विच ये कारज संपूर्ण हुंदा है। लगभग 4 ਤੋਂ 5 साल तक ये कारज चलदा रहा। जिस वक्त श्री गुरु ग्रंथ साहिब महाराज जी दे अंदर, और जेड़े भट्ट ने ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਆਂਦੇ ਨੇ, ਔਰ 11 ਭੱਟਾਂ ਦੀ ਬਾਣੀ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤੀ ਗਈ। ਭੱਟ ਕਲਸਹਾਰ ਜੀ, ਭੱਟ ਕੀਰਤ ਜੀ, ਜਾਲਪ ਜੀ, ਭਿੱਖਾ ਜੀ, ਸਲ ਜੀ, ਬਲ ਜੀ, ਭਲ ਜੀ, ਨਲ ਜੀ, ਗੁਜੰਦ ਜੀ, ਹਰਬੰਸ ਜੀ ਤੇ ਮਥੁਰਾ ਜੀ, ਇਹ 11 ਭੱਟਾਂ ਦੀ ਬਾਣੀ ਜਿਹੜੇ ਭੱਟ ਗੁਰੂ ਦੀ ਉਸਤਤ ਦੇ ਵਿੱਚ ਸ਼ਬਦ ਉਚਾਰਿਆ ਕਰਦੇ ਸਨ, ਉਹਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦਰਜ ਕਰਵਾਏ। 11 ਪੱਟ, 15 ਭਗਤ, ਇਹਨਾਂ ਦੀ ਵਿਚਾਰ ਵੀ ਅਸੀਂ ਅੱਗੇ ਜਾ ਕੇ ਕਰਾਂਗੇ। ਜਿਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 1604 ਦੇ ਵਿੱਚ ਇਹਨਾਂ ਦੀ ਸੰਪੂਰਨਤਾ ਹੁੰਦੀ ਹੈ, ਹੁਣ ਗੁਰੂ ਸਾਹਿਬ ਜੀ ਨੇ ਸੋਚਿਆ ਕਿ ਕਿਉਂ ਨਾ ਧੰਨ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ, ਸਾਰੇ ਸਿੱਖ ਬਾਣੀ ਪੜ੍ਹਨ ਤੇ ਬਾਣੀ ਤੋਂ ਸਮਝ ਲੈਣ। ਦੇਖੋ, ਜਦੋਂ पंथ ग्रंथ नूं सामभेगा ना, पंथ ने ग्रंथ नूं किवें सामभना? पंथ की है? सिख कौम। पंथ जदों ग्रंथ नूं सामभेगा, ते मैं बेनती करा, ग्रंथ कल्ला रुमाले पान नाल नहीं सामभिया जांदा। ग्रंथ अगे कल्ला मत्था टेक देना, इदां भी ग्रंथ नहीं सामभिया जांदा। ग्रंथ नूं असीं हर रोज ग्रंथ दे सिर्फ दर्शन कर लैने, जदों गुरु घर दे ग्रंथी सिंह रुमाला चुकदे ने ना, ਤੇ ਕਈ ਵਾਰ ਪੰਥ ਸੰਗਤ ਦੌੜ ਕੇ ਜਾਂਦੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੱਤਰਿਆਂ ਦੇ ਦਰਸ਼ਨ ਕਰ ਲਈਏ, ਕਹਿਣ ਲੱਗੇ ਇੱਥੇ ਤੇ ਗੁਰੂ ਸਾਹਿਬ ਕਹਿ ਰਹੇ ਨੇ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੇ ਤੈਨੂੰ ਆਖਿਆ ਸੀ, ਪੰਥ ਨੂੰ ਹੁਕਮ ਕੀਤਾ ਸੀ ਕਿ ਪੰਥ ਨੇ ਗ੍ਰੰਥ ਨੂੰ ਸਾਹਮਣਾ, ਗ੍ਰੰਥ ਨੂੰ ਸਾਹਮਣਾ ਕਿਵੇਂ ਸੀ ਇਹ ਸਾਨੂੰ ਸਮਝਣ ਦੀ ਲੋੜ ਸੀ। ਉਸ ਗ੍ਰੰਥ ਨੂੰ ਪੜ੍ਹਨਾ ਸੀ, ਉਸ ਗ੍ਰੰਥ ਨੂੰ ਵਿਚਾਰਨਾ ਸੀ, ਤੇ ਜਿਸ ਤਰ੍ਹਾਂ ਗ੍ਰੰਥ ਕਹਿੰਦਾ ਸੀ ਨਾ, ਮਾਫ ਕਰਨਾ, ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਸਾਨੂੰ ਸਮਝਾਉਂਦੀ ਸੀ ਨਾ, ਉਸੇ ਤਰ੍ਹਾਂ ਪੰਥ ਨੇ ਚੱਲਣਾ ਸੀ। ਤੇ ਜੇਕਰ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਅਕੋਰਡਿੰਗ ਚੱਲਦਾ, ਤੇ ਸੱਚ ਜਾਣਿਓ ਫਿਰ ਗ੍ਰੰਥ ਨੇ ਪੰਥ ਨੂੰ ਸਾਂਭਣਾ ਸੀ। ਜੇਕਰ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਅਕੋਰਡਿੰਗ ਨਹੀਂ ਚੱਲ ਰਿਹਾ, ਤੇ ਗ੍ਰੰਥ ਪੰਥ ਨੂੰ ਕਿਵੇਂ ਸਾਂਭੇਗਾ? ਗ੍ਰੰਥ ਤੇ ਪੰਥ ਨੂੰ ਤਾਂ ਸਾਂਭੇਗਾ ਨਾ ਜੇ ਪੰਥ ਗ੍ਰੰਥ ਦੀ ਗੱਲ ਸਮੇਂ-ਸਮੇਂ ਤੇ ਮੰਨਦੇ। ਜੇ ਪੰਥ ਗੁਰੂ ਦੇ ਹੁਕਮ ਨੂੰ ਸਮੇਂ-ਸਮੇਂ ਤੇ ਮੰਨਦਾ ਹੋਵੇਗਾ, ਗ੍ਰੰਥ ਤੇ ਤਾਂ ਹੀ ਪੰਥ ਦੀ ਸਾਂਭ ਕਰੇਗਾ ਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵਕਤ ਇਹ ਕਾਰਜ 1604 ਚ ਸੰਪੂਰਨ ਹੁੰਦਾ ਹੈ, 1 ਸਤੰਬਰ ਵਾਲੇ ਦਿਨ, ਔਰ ਇਹ ਜੰਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਗ੍ਰੰਥੀ ਥਾਪੇ, ਔਰ ਕੁਝ ਮੈਂ ਵਿਦਵਾਨਾਂ ਦੇ ਕੋਲ ਬਹਿਨਾ
ਤੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਨਹੀਂ ਜੀ ਬਾਬਾ ਬੁੱਢਾ ਕੋਈ ਗ੍ਰੰਥੀ ਨਹੀਂ ਥਾਪਿਆ ਗਿਆ, ਇਹ ਸਭ ਲੋਕਾਂ ਦੀਆਂ ਗੱਲਾਂ ਨੇ। ਨਹੀਂ, ਏਦਾਂ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਂਭ ਕਰਨ ਵਾਸਤੇ ਇੱਕ ਬਹੁਤ ਜ਼ਿਆਦਾ ਵਿਦਵਾਨ, ਚੰਗੇ ਪੜ੍ਹੇ ਲਿਖੇ, ਉੱਚੇ ਤੇ ਸੁੱਚੇ ਜੀਵਨ ਵਾਲੇ, ਮੈਨੂੰ ਮਾਫ ਕਰਿਆ ਜੀ, ਅੱਜ ਅਸੀਂ ਜਿਨ੍ਹਾਂ ਦੇ ਜੀਵਨ ਸਭ ਤੋਂ ਥੱਲੇ ਗਿਰੇ ਹੁੰਦੇ ਨੇ ਨਾ, ਮੇਰੇ ਵਰਗਿਆਂ ਦੇ, ਉਹਨਾਂ ਨੂੰ ਅਸੀਂ ਗ੍ਰੰਥ ਦੀ ਸਾਂਭ ਕਰਨ ਤੇ ਲਾ ਦਿੰਦੇ ਆ। ਜਿਹੜੇ 2 ਤੋਂ 3 ਤੋਂ 4 ਤੋਂ 5 ਕਲਾਸਾਂ ਪੜ੍ਹੇ ਹੁੰਦੇ ਨੇ ਨਾ, ਉਹਨਾਂ ਨੂੰ ਅਸੀਂ ਗੁਰੂ ਗ੍ਰੰਥ ਦਾ ਗ੍ਰੰਥੀ ਬਣਾ ਦਿੰਦੇ ਆ। ਉਹ ਗ੍ਰੰਥ ਦੀ ਸਾਂਭ ਸੁਚੱਜੇ ਢੰਗ ਨਾਲ ਨਹੀਂ ਜੇ ਕਰ ਸਕਦੇ। ਗੁਰੂ ਅਰਜਨ ਤੇ ਮਹਾਰਾਜ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ, ਜਿਸ ਬਾਬਾ ਬੁੱਢਾ ਜੀ ਨੇ 6 ਗੁਰੂਆਂ ਦੇ ਆਪ ਦਰਸ਼ਨ ਕੀਤੇ ਆਪਣੇ ਸਮੇਂ ਦੇ ਵਿੱਚ। ਔਰ ਯਾਦ ਰੱਖਿਓ, ਜਿਸ ਵਕਤ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਇਸ ਗ੍ਰੰਥ ਦਾ ਹੁਣ ਪ੍ਰਕਾਸ਼ ਕੀਤਾ ਜਾਵੇਗਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹਰਮੰਦਰ ਸਾਹਿਬ ਤੇ ਰਾਮਸਰ ਸਾਹਿਬ ਤੇ ਜਿਸ ਵਕਤ ਸੰਪੂਰਨਤਾ ਹੋਈ, ਤੇ ਉਥੋਂ ਗ੍ਰੰਥ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਰਾਮਸਰ ਸਾਹਿਬ ਤੋਂ ਆਦਿ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਲੈ ਕੇ ਜਾਇਆ ਗਿਆ, ਤੇ ਜਿਸ ਵਕਤ ਪ੍ਰਕਾਸ਼ ਕੀਤਾ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈਡ ਗ੍ਰੰਥੀ ਨੇ। ਇਹ ਪ੍ਰਕਾਸ਼ ਕਰਨ ਦੀ ਉਪਰੰਤ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ਾਂ, ਸੁਨੇ ਸਭ ਪੰਥ, ਤੇ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਂਝ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਇਹ ਹੁਕਮਨਾਮਾ ਆਇਆ ਤੇ ਬਾਬਾ ਬੁੱਢਾ ਜੀ ਨੇ ਇਹ ਹੁਕਮਨਾਮਾ ਲਿਆ। ਜਿਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਔਰ ਜੋ ਮਨ ਨੂੰ ਸ਼ਾਂਤੀ, ਮਨ ਨੂੰ ਟਿਕਾਓ, ਮਨ ਦੇ ਅੰਦਰ ਠੰਡ ਸਿੱਖਾਂ ਦੇ ਗ੍ਰੰਥ ਨੂੰ ਪੜ੍ਹ ਕੇ ਪੈਂਦੀ ਆ, ਉਹ ਕਿਸੇ ਹੋਰ ਗ੍ਰੰਥ ਨੂੰ ਪੜ੍ਹ ਕੇ ਨਹੀਂ ਪੈਂਦੀ। ਸਵਾਮੀ ਨਿਤਿਆਨੰਦ ਜੀ ਕਹਿੰਦੇ, ਦੇਖਿਓ ਫਿਲਾਸਫਰ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਰੀਫ ਦੇ ਵਿੱਚ ਸਵਾਮੀ ਨਿਤਿਆਨੰਦ ਜੀ ਕਹਿੰਦੇ ਨੇ, ਮੈਂ ਸਾਰੀ ਜ਼ਿੰਦਗੀ ਮਿੱਟੀ ਛਾਂਗਦਾ ਰਿਹਾ, ਮੈਂ ਸਾਰੀ ਜ਼ਿੰਦਗੀ ਮਿੱਟੀ ਛਾਂਗਦਾ ਹੋਇਆ ਆਪਣੇ ਜੀਵਨ ਨੂੰ ਅਸਫਲਾ ਗਵਾ ਚੁੱਕਿਆ। ਹੁਣ ਜੇਕਰ ਮੈਂ ਆਪਣਾ ਜੀਵਨ ਸਫਲਾ ਕਰਨਾ ਹੈ ਤੇ ਮੈਨੂੰ ਦੂਸਰਾ ਜਨਮ ਸਿੱਖ ਧਰਮ ਦੇ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਅਕੋਰਡਿੰਗ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਪਵੇਗਾ। ਹੋਰ ਵੀ ਕਈ ਵਿਦਵਾਨ ਹੋਏ ਨੇ। ਇੱਕ ਵਿਦਵਾਨ, ਉਹਦਾ ਮੈਨੂੰ ਨਾਮ ਵਿਸਰ ਗਿਆ, ਉਹ ਕਹਿੰਦਾ ਆਉਣ ਵਾਲੇ ਭਵਿੱਖ ਦੇ ਵਿੱਚ, ਸਮੇਂ ਦੇ ਵਿੱਚ ਬੇਸ਼ੱਕ ਦੁਨੀਆ ਦਾ ਭਵਿੱਖ, ਦੁਨੀਆ ਦਾ ਆਉਣ ਵਾਲਾ ਸਮਾਂ ਧੁੰਦਲਾ ਹੈ, ਪਰ ਸਿੱਖ ਧਰਮ ਦੇ ਵਿੱਚ ਚਰਚਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਸਿੱਖਾਂ ਦਾ, ਉਹਨਾਂ ਸਿੱਖਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਵਿੱਚ ਅਜੇ ਬਹੁਤ ਕੁਝ ਹੈ ਜਿਸ ਗ੍ਰੰਥ ਤੋਂ ਸਿੱਖ ਸਮਝ ਲੈ ਸਕਦੇ ਨੇ, ਤੇ ਜਿਸ ਗ੍ਰੰਥ ਤੋਂ ਇਕੱਲੇ ਸਿੱਖ ਹੀ ਨਹੀਂ, ਪੂਰਾ ਸਮਾਜ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ। ਔਰ ਯਾਦ ਰੱਖਿਓ, ਜਦੋਂ ਦੁਨਿਆਵੀ ਧਨ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਨਾ, ਜਿਹੜਾ ਗ੍ਰੰਥ ਸਾਡੀ ਝੋਲੀ ਦੇ ਵਿੱਚ ਗੁਰੂ ਪਾ ਕੇ ਗਏ ਨੇ ਨਾ, ਅਸੀਂ ਇਹਨੂੰ ਗ੍ਰੰਥ ਵੀ ਸਮਝੀਏ ਤੇ ਇਹਨੂੰ ਖਜ਼ਾਨਾ ਵੀ ਸਮਝੀਏ। ਅਸੀਂ ਮੰਗਲੇ ਦੇ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਕਹਿਣ ਲੱਗੇ ਸੱਜਣਾ, ਤੂੰ ਦੁਨਿਆਵੀ ਖਜ਼ਾਨੇ ਤੇ ਖੋਲ ਲੈਣਾ। ਇੱਕ ਉਦਾਹਰਨ ਹੈ, ਜਦੋਂ ਸਾਡੇ ਘਰਾਂ ਦੇ ਵਿੱਚ ਦੁਨਿਆਵੀ ਜਾਇਦਾਦਾਂ ਵੰਡੀਆਂ ਜਾਣ ਨਾ, ਸਾਡੇ ਸਿਰ ਪਾੜ ਜਾਂਦੇ ਨੇ। ਪਰ ਇਸ ਜਾਇਦਾਦ ਵਾਸਤੇ ਮਾਲਕ ਕਹਿਣ ਲੱਗੇ, ਲੜਨਾ ਨਹੀਂ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵਾਧੂ ਜਾ। ਇਹ ਤੇ ਖਤਮ ਨਹੀਂ ਹੁੰਦਾ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਜਿਸ ਨੇ ਇਸ ਧਨ ਦੀ ਪ੍ਰਾਪਤੀ ਕੀਤੀ ਹੈ, ਨਾ ਤੇ ਕਦੀ ਇਹ ਧਨ ਗਵਾਚਦਾ ਤੇ ਨਾ ਹੀ ਇਹ ਕਦੇ ਧਨ ਖਤਮ ਹੁੰਦਾ। ਕਹਿਣ ਲੱਗੇ ਤੇਰੇ ਤੋਂ ਦੁਨਿਆਵੀ ਜਾਇਦਾਦਾਂ ਖੋਹ ਲਈਆਂ ਜਾਣਗੀਆਂ, ਤੇਰੇ ਤੋਂ ਦੁਨਿਆਵੀ ਧਨ ਖੋਹ ਲਿਆ ਜਾਏਗਾ, ਪਰ ਸੱਚ ਜਾਣੀ ਜਿਹੜਾ ਤੇਰੇ ਕੋਲ ਗਿਆਨ ਹੈ ਉਹ ਕੋਈ ਨਹੀਂ ਖੋਲ ਸਕਦਾ। ਉਦਾਹਰਨ ਦੇ ਤੌਰ ਤੇ ਇੱਕ ਘਰ ਦੇ ਵਿੱਚ ਇੱਕ ਬਜ਼ੁਰਗ ਸੀ, ਉਹ ਜਿਸ ਵਕਤ ਦੇਹਾਂਤ ਕਰਨ ਲੱਗਾ ਤੇ ਉਹ ਆਪਣੇ ਘਰ ਦੇ ਵਿੱਚ ਪੁੱਤ ਪੋਤਰੀਆਂ ਨੂੰ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਤਰ ਕਰਕੇ ਇੱਕ ਗੱਲ ਕਹਿੰਦੇ, ਕਹਿਣ ਲੱਗਾ ਸਾਰੇ ਮੇਰੇ ਕੋਲ ਆਓ, ਮੈਂ ਸਾਰਿਆਂ ਦੇ ਨਾਲ ਕੋਈ ਵਿਚਾਰ ਚਰਚਾ ਕਰਨੀ ਹੈ। ਘਰ ਵਾਲੇ ਕਹਿਣ ਲੱਗੇ ਜਾਂਦਾ ਜਾਂਦਾ ਪਤਾ ਨਹੀਂ ਕਿਹੜੀ ਗੱਲ ਕਰਕੇ ਚੱਲੇ ਆ। ਉਹ ਕਹਿਣ ਲੱਗਾ ਮੈਂ ਮਰ ਚੱਲੇ ਆ ਕੁਝ ਸਮੇਂ ਤੱਕ, ਤੇ ਯਾਦ ਰੱਖਿਓ ਜਿਹੜਾ ਸੰਦੂਕ ਮੇਰੇ ਸਟੋਰ ਦੇ ਵਿੱਚ ਪਿਆ ਹੈ ਨਾ, ਉਸ ਸੰਦੂਕ ਦੇ ਵਿੱਚ ਧਨ ਪਿਆ,
ਜਦੋਂ ਕਦੇ ਤੁਹਾਡੇ ਤੇ ਮਾੜਾ ਸਮਾਂ ਆ ਜਾਵੇ, ਉਸ ਸੰਦੂਕ ਦੇ ਤਾਲੇ ਨੂੰ ਤੋੜ ਕੇ ਤੁਸੀਂ ਉਹਦੇ ਚੋਂ ਧਨ ਪ੍ਰਾਪਤ ਕਰ ਸਕਦੇ ਹੋ। ਉਸ ਪਰਿਵਾਰ ਨੂੰ ਕੀ ਹੋਇਆ, ਉਹ ਸਮਾਂ ਪੈਣ ਤੇ ਪਰਿਵਾਰ ਦਾ ਕੁਝ ਇੱਕ ਇਹੋ ਜਿਹਾ ਸਮਾਂ ਆ ਗਿਆ ਕਿ ਗਰੀਬੀ ਦੇ ਦਿਨ ਆ ਗਏ, ਬਹੁਤ ਜ਼ਿਆਦਾ ਮਾੜੀ ਹਾਲਤ ਹੋ ਗਈ। ਪਰਿਵਾਰ ਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਕਿ ਬਾਪੂ ਨੇ ਸਾਡੇ ਵਾਸਤੇ ਖਜ਼ਾਨਾ ਦੱਬ ਕੇ ਰੱਖਿਆ। ਉਹ ਟੱਬਰ ਦੇ ਜਦੋਂ ਮਾੜੇ ਦਿਨ ਆਏ ਤੇ ਪਿੰਡ ਦੇ ਵਿੱਚੋਂ ਬਾਟਾ ਲੈ ਕੇ ਜਦੋਂ ਮੰਗਦੇ ਨੇ ਨਾ, ਘਰ ਘਰ ਜਾ ਕੇ, ਤੇ ਜਦੋਂ ਇੱਕ ਘਰ ਪੁੱਜੇ, ਉਸ ਘਰ ਦੇ ਬਜ਼ੁਰਗ ਨੇ ਇੱਕ ਗੱਲ ਆਖੀ, ਕਹਿਣ ਲੱਗੀ, ਉਹ ਭਲਿਓ ਲੋਕੋ, ਜਿਸ ਵਕਤ ਤੁਹਾਡਾ ਦਾਦਾ ਜਾਂ ਤੁਹਾਡੇ ਘਰ ਦਾ ਬਜ਼ੁਰਗ ਚੜਾਈ ਕਰਨ ਲੱਗਾ ਸੀ, ਉਹਨੇ ਇੱਕ ਗੱਲ ਆਖੀ ਸੀ। ਕਹਿਣ ਲੱਗਾ, ਉਹਨੇ ਇੱਕ ਗੱਲ ਤੁਹਾਨੂੰ ਸਭ ਨੂੰ ਸਮਝਾਈ ਸੀ, ਜੇ ਕਿਤੇ ਰਹਿੰਦੀ ਜ਼ਿੰਦਗੀ 'ਚ ਤੁਹਾਡੇ ਤੇ ਗਰੀਬੀ ਆ ਜਾਵੇ ਤੇ ਤੁਸੀਂ ਧਨ ਜਿਹੜਾ ਮੈਂ ਸੰਦੂਕ ਦੇ ਵਿੱਚ ਰੱਖਿਆ ਉਹਦੀ ਵਰਤੋਂ ਕਰ ਸਕਦੇ ਹੋ ਤੇ ਖਰਚ ਸਕਦੇ ਹੋ, ਤੇ ਤੁਸੀਂ ਫਿਰ ਪਿੰਡ ਦੇ ਲੋਕਾਂ ਕੋਲ ਮੰਗ ਰਹੇ ਹੋ। ਉਹ ਕਹਿਣ ਲੱਗੀ, ਹਾਂ ਸਾਨੂੰ ਤੇ ਇਸ ਗੱਲ ਦਾ ਚੇਤਾ ਹੀ। ਇਹੀ ਹਾਲਾਤ ਅੱਜ ਸਾਡੇ ਘਰ ਦੇ ਵਿੱਚ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਸਾਡਾ ਗੁਰੂ ਰਤਨਾ ਦੇ ਨਾਲ ਭਰਪੂਰ ਹੈ। ਜਿਸ ਗੁਰੂ ਦੀ ਵਿਚਾਰਧਾਰਾ ਇੰਨੀ ਅਮੀਰ ਹੋਵੇ, ਉਸ ਖਜ਼ਾਨੇ ਨੂੰ ਛੱਡ ਕੇ ਅਸੀਂ ਹੋਰ ਥਾਂ ਤੇ ਜਾ ਕੇ ਮੂੰਹ ਮਾਰਦੇ ਲਈਏ। ਔਰ ਇੱਕ ਹੋਰ ਉਦਾਹਰਨ ਹੈ, ਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਵੱਡੀਆਂ ਵਡੇਰੀਆਂ ਦੇ ਖਜ਼ਾਨੇ ਨੂੰ ਤੇ ਸੀਨੇ ਨਾਲ ਲਾ ਕੇ ਰੱਖਦਾ, ਸਾਂਭ ਕੇ ਰੱਖਦਾ, ਯਾਦ ਰੱਖੀ ਮਜ਼ਾ ਤਾਂ ਆਵੇਗਾ ਜੇ ਸ਼ਬਦ ਦੇ ਖਜ਼ਾਨੇ ਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ। ਕਹਿਣ ਲੱਗਾ, ਜਦੋਂ ਪਿਓ ਦਾਦਿਆਂ ਦੇ ਖਜ਼ਾਨੇ ਨੂੰ ਖੋਲੇਗਾ ਫਿਰ ਤੇਰੇ ਹਿਰਦੇ ਦੇ ਅੰਦਰ ਆਨੰਦ ਆਵੇਗਾ। ਜਦੋਂ ਆਨੰਦ ਆਵੇਗਾ ਫਿਰ ਚਿੰਤਾਵਾਂ ਖਤਮ ਹੋ ਜਾਣਗੀਆਂ, ਫਿਰ ਝੋਰੇ ਖਤਮ ਹੋ ਜਾਣਗੇ। ਇੱਕ ਉਦਾਹਰਨ ਮੈਂ ਅਖੀਰ ਚ ਬੇਨਤੀ ਕਰਕੇ ਸਮਾਪਤੀ ਕਰਦਾ। ਜਿਹੜਾ ਗ੍ਰੰਥ ਸਾਡੇ ਗੁਰੂਆਂ ਨੇ ਇੰਨੀ ਮਿਹਨਤ, ਇੰਨਾ ਸਟਰਗਲ ਦੇਸ਼ ਦਾ ਰਟਨ ਕਰਕੇ ਬੜੇ ਤਰੀਕਿਆਂ ਦੇ ਨਾਲ ਦੁਸ਼ਮਣਾਂ ਦੀ ਵਿਰੋਧਤਾ ਨੂੰ ਸਹਿੰਦੇ ਹੋਏ, ਬੜੇ ਦੁੱਖਾਂ ਕਸ਼ਟਾਂ ਨੂੰ ਸਹਾਰਦੇ ਹੋਇਆਂ ਸਾਡੀ ਝੋਲੀ ਦੇ ਵਿੱਚ ਇੱਕ ਸ਼ਬਦ ਪਾਇਆ। ਮੇਰਾ ਗ੍ਰੰਥ ਹਮੇਸ਼ਾ ਮੇਰਾ ਪੰਥ ਹਮੇਸ਼ਾ ਇਸ ਗ੍ਰੰਥ ਨੂੰ ਪੜ੍ਹੇ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਵੇ। ਔਰ ਯਾਦ ਰੱਖਿਓ, ਇੱਕ ਹੁੰਦਾ ਸਪੁੱਤ, ਇੱਕ ਹੁੰਦਾ ਕਪੁੱਤ ਤੇ ਇੱਕ ਹੁੰਦਾ ਪੁੱਤ। ਪੁੱਤ ਹੁੰਦਾ ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਨਾ ਛੇੜੇ ਤੇ ਨਾ ਹੀ ਜ਼ਿਆਦਾ ਪ੍ਰਫੁੱਲਿਤ ਕਰੇ, ਨਾ ਹੀ ਜ਼ਿਆਦਾ ਵਧਾਵੇ, ਉਹਨੂੰ ਕਹਿੰਦੇ ਨੇ ਪੁੱਤ। ਜਿਹੜਾ ਸਿਰਫ ਵੱਡਿਆਂ ਦੀ ਜਾਇਦਾਦ ਨੂੰ ਸਿਰਫ ਸਾਂਭਦਾ ਹੋਵੇ, ਉਹਨੂੰ ਪੁੱਤ ਕਹਿੰਦੇ ਨੇ। ਤੇ ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਡਬਲ ਕਰ ਦੇਵੇ, ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਹੋਰ ਪ੍ਰਫੁੱਲਿਤ ਕਰੇ, ਹੋਰ ਜ਼ਿਆਦਾ ਕੰਮ ਨੂੰ ਵਧਾਵੇ, ਬਿਜ਼ਨਸ ਦੀ ਗਰੋਥ ਵਧਾਵੇ, ਉਹਨੂੰ ਕਹਿੰਦੇ ਨੇ ਸਪੁੱਤ। ਸੱਸਾ ਲਾ ਕੇ ਉਹਨੂੰ ਸਪੁੱਤ ਆਖਿਆ ਜਾਂਦਾ ਹੈ। ਯਾਦ ਰੱਖਿਓ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਵੇਚ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਸਾੜ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਰੂੜੀਆਂ ਤੇ ਪਾੜ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਰੂੜੀਆਂ ਤੇ ਰੋਲ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਨੂੰ ਨਾਲੀਆਂ 'ਚ ਰੋੜ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਦੀ ਬੇਅਦਬੀ ਕਰ ਦਵੇ, ਜਿਹੜਾ ਵੱਡਿਆਂ ਦੀ ਬਣਾਈ ਹੋਈ ਜਾਇਦਾਦ ਦੇ ਅੰਗਾਂ ਨੂੰ ਰਸਤਿਆਂ ਦੇ ਵਿੱਚ ਖਿਲਾਰ ਦਵੇ, ਉਹਨੂੰ ਆਖਿਆ ਜਾਂਦਾ ਕਪੁੱਤ। ਪੁੱਤ ਦੇ ਅੱਗੇ ਕੱਕਾ ਲਾ ਕੇ, ਕੱਕਾ ਅਗੇਤਰ, ਪੁੱਤ ਪਛੇਤਰ, ਉਹਨੂੰ ਕਪੁੱਤ ਆਖਿਆ ਜਾਂਦਾ ਹੈ। ਸੋ ਹਾਲਾਤ ਸਾਡੇ ਨੇ, ਸਾਡੇ ਵਿੱਚੋਂ ਵੀ ਸਪੁੱਤ ਅਸੀਂ ਬਹੁਤ ਘੱਟ ਹਾਂ, ਜਿਨ੍ਹਾਂ ਨੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਝੀਏ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਆਪਣੇ ਹਿਰਦੇ ਦੇ ਨਾਲ ਇਸ ਬਾਣੀ ਨੂੰ ਲਾਈਏ ਔਰ ਬਾਣੀ ਦੇ ਕਹੇ ਦੇ ਅਕੋਰਡਿੰਗ ਚੱਲੀਏ। ਔਰ ਬਾਣੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬਹੁਤਾਤ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਥਾਂ ਥਾਂ ਤੇ ਅਸੀਂ ਬੇਅਦਬੀ ਕਰਕੇ ਅਸੀਂ ਕਪੁੱਤ ਸਾਬਤ ਹੁੰਦੇ ਹਾਂ। ਬੇਅਦਬੀ ਕਿਸ ਤਰ੍ਹਾਂ? ਇਹ ਨਹੀਂ ਕਿ ਅਸੀਂ ਨਾਲ ਹੀ ਚਰੋੜ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਇਸ ਤਰ੍ਹਾਂ ਵੀ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਅਸੀਂ ਉਹਨੂੰ ਪੜ੍ਹਦੇ ਨਹੀਂ। ਜੇਕਰ ਸਾਡੇ ਘਰ ਦੇ ਵਿੱਚ ਪੋਥੀਆਂ ਪਈਆਂ ਨੇ, ਸਾਡੇ ਘਰ ਦੇ ਵਿੱਚ ਪੋਥੀਆਂ ਦੇ 2 ਭਾਗ ਨੇ, ਸੈਂਚੀਆਂ ਦੇ 2 ਭਾਗ ਨੇ, ਪਿਛਲੇ 2 ਤੋਂ 3 ਸਾਲ ਹੋ ਗਏ ਸਾਡੇ ਘਰ 'ਚ ਕਿਸੇ ਨੇ ਪੋਥੀ ਖੋਲ ਕੇ ਨਹੀਂ ਦੇਖੀ। ਇਹ ਵੀ ਬਾਣੀ ਦੀ ਸਭ ਤੋਂ ਵੱਡੀ ਬੇਅਦਬੀ ਹੈ, ਕਿਉਂਕਿ ਸਾਡੇ ਗੁਰੂ ਕਹਿ ਕੇ ਗਏ ਸਨ, ਇਹਨੂੰ ਪੜ੍ਹੋ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਜਿਹੜਾ ਪਿਓ ਦਾਦਿਆਂ ਦਾ ਖਜ਼ਾਨਾ ਹੈ, ਇਹਨੂੰ ਖੋਲੋ। ਮੈਂ ਆਖਰ 'ਚ ਇੱਕ ਬੇਨਤੀ ਹੋਰ ਕਰਕੇ ਸਮਾਪਤੀ ਕਰਨੀ ਚਾਹਾਂਗਾ। ਇੱਕ ਬੇਨਤੀ,
ਬੰਦਾ ਦੁਨਿਆਵੀ ਧਨ ਤੇ ਇਕੱਤਰ ਕਰਦੇ ਔਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਧਨ ਤੂੰ ਇਕੱਤਰ ਕਰਦਾ ਹੈ ਨਾ, ਸੱਚ ਜਾਣੀ ਇਹ ਇੱਕ ਦਿਨ ਨਾਸ ਹੋ ਜਾਣ। ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਕਹਿਣ ਲੱਗੇ ਦੁਨੀਆਦਾਰੀ ਵਾਲਾ ਧਨ ਤੇਰੇ ਨਾਲ ਨਹੀਂ ਜੇ ਨਿਭਣਾ, ਸੱਚ ਜਾਣੀ ਜੇ ਕੋਈ ਨਾਲ ਨਿਭਣ ਵਾਲਾ ਧਨ ਹੈ ਤੇ ਉਹ ਇਹ ਹੈ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਹਦੇ ਵਾਸਤੇ ਕਹਿ ਦਿੱਤਾ ਖਾਵੋ ਖਰਚੋ ਰਲ ਮਿਲ ਭਾਈ ਲੜੋ ਨਾ। ਇਸ ਸ਼ਬਦ ਨੂੰ ਲੈ ਕੇ ਲੜੋ ਨਾ, ਇੱਥੇ ਸਿਹਾਰੀ ਲੱਗਣੀ, ਇੱਥੇ ਬਿੰਦੀ ਲੱਗਣੀ, ਇੱਥੇ ਟਿੱਪੀ ਲੱਗਣੀ, ਇਹਨੂੰ ਏਦਾਂ ਬੋਲਣਾ, ਇਹਨੂੰ ਏਦਾਂ ਬੋਲਣਾ, ਰਹਿ ਰਸ ਛੋਟੀ ਕਰਨੀ, ਰਹਿ ਰਸ ਵੱਡੀ ਕਰਨੀ। ਬਾਣੀ ਇਸ ਤਰ੍ਹਾਂ, ਇਹਦੇ ਚ ਰਾਗਮਾਲਾ ਨਹੀਂ, ਇਹਦੇ ਚ ਰਾਗਮਾਲਾ ਦਰਜ ਕਿਉਂ ਕੀਤੀ? ਕਹਿਣ ਲੱਗੇ ਸਿੱਖੋ ਲੜੋ ਨਾ, ਜੋ ਤੁਹਾਨੂੰ ਗੁਰੂ ਤੁਹਾਡੀ ਦੇ ਕੇ ਗਈ ਹੈ ਨਾ, ਉਹਨੂੰ ਸਾਂਭ ਲਓ। ਸਾਂਭਿਆ ਜਾਂਦਾ ਤੇ ਸਾਂਭ ਲਓ, ਫਿਰ ਤੁਸੀਂ ਗੁਰੂ ਦੀ ਨਜ਼ਰਾਂ ਦੇ ਵਿੱਚ ਸਪੁੱਤ ਸਾਬਤ ਹੋਵੋਗੇ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪਾਪੇ ਮਿਲੇ, ਤੂੰ ਚੋ ਸੱਜਣ ਮਹਿੰਡਿਆ। ਦੇ ਸੀਸ ਉਤਾਰ ਨੈਣ ਹਿੰਜੇ ਤਰਸਦੇ, ਕਦ ਪੱਸੀ ਦਿਲਦਾਰ। ਵਿਚਾਰ ਕਰਦੇ ਸਮੇਂ ਕਿਸੇ ਦਾ ਹਿਰਦਾ ਦੁਖਿਆ ਹੋਵੇ, ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ, ਅਣਜਾਣ ਬੱਚਾ ਸਮਝ ਕੇ ਮਾਫ ਕਰ ਲੈਣਾ। ਵਾਹਿਗੁਰੂ ਕਿਰਪਾ ਕਰਨ, ਕਥਾ ਕਰਨ ਦੀ ਜਾਚ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।